26 ਤੋਂ ਬਾਅਦ ਦੀਆਂ ਤਸਵੀਰਾਂ ਸਿੰਘੂ ਬਾਰਡਰ ਦੀਆਂ ਕੀ ਨੇ। ਇੱਥੇ ਤੁਹਾਨੂੰ ਜਿੱਥੇ ਪੀਜ਼ਾ ਵਰਤਾਇਆ ਜਾਂਦਾ ਸੀਗਾ, ਜਿਹੜਾ ਬਹੁਤ ਫੇਮਸ ਹੋਇਆ ਸੀਗਾ, ਨੈਸ਼ਨਲ ਮੀਡੀਆ ਤੇ ਜਿਸ ਨੂੰ ਬਾਰ-ਬਾਰ ਦਿਖਾਇਆ ਜਾਂਦਾ ਸੀਗਾ, ਉੱਥੋਂ ਦੀਆਂ ਤਸਵੀਰਾਂ ਦਿਖਾ ਰਹੇ ਹਾਂ ਕਿ ਅੱਜ ਵੀ ਉੱਥੇ ਕਿਸ ਪ੍ਰਕਾਰ ਜਿਹੜਾ ਪੀਜ਼ਾਜ਼ ਤਿਆਰ ਕੀਤੇ ਜਾ ਰਹੇ ਨੇ। ਕਿੰਨੀ ਸੰਗਤ ਜਿਹੜੀ ਹੈਗੀ ਆ ਇੱਥੇ, ਇਹ ਸਾਰੀ ਸੰਸਥਾ ਹੈਗੀ ਆ ਗੁਰੂ ਰਾਮਦਾਸ ਜੀ ਲੰਗਰ ਸੇਵਾ, ਉਹਨਾਂ ਵੱਲੋਂ ਇਹ ਸਾਰਾ ਉਪਰਾਲਾ ਕੀਤਾ ਗਿਆ ਹੈ। ਤੇ 26 ਤੋਂ ਬਾਅਦ ਦਾ ਮਾਹੌਲ ਜਿਹੜਾ ਆ ਉਹ ਕਿਵੇਂ ਕਿਹਾ ਜਾ ਰਿਹਾ ਸੀਗਾ। ਇੱਥੋਂ ਬਹੁਤ ਸਾਰੇ ਕਿਸਾਨ ਜਾ ਚੁੱਕੇ ਨੇ, ਪਰੰਤੂ ਇੱਥੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ। ਤੁਸੀਂ ਦੇਖ ਸਕਦੇ ਹੋ ਕਿ ਕਿਸ ਪ੍ਰਕਾਰ ਸੇਵਾ ਉਵੇਂ ਹੀ ਚੱਲ ਰਹੀ ਹੈ। ਇੱਧਰ ਲੈਣ ਵਾਲਿਆਂ ਦੀਆਂ ਜਿਹੜੀਆਂ ਲਾਈਨਸ ਨੇ, ਜਿਹੜੇ ਪੀਜ਼ਾਜ਼ ਲੈਣ ਲਈ ਆ ਰਹੇ ਨੇ, ਇੱਥੇ ਜਿਹੜੀ ਸੇਵਾ ਹੋ ਰਹੀ ਹੈ ਤੁਸੀਂ ਦੇਖ ਸਕਦੇ ਹੋ ਕਿ ਕਿਸ ਪ੍ਰਕਾਰ ਲਾਈਨਾਂ ਲੱਗੀਆਂ ਹੋਈਆਂ ਨੇ, ਵਰਤਾਏ ਜਾ ਰਹੇ ਨੇ, ਨਾਲ ਕੋਲਡ ਡਰਿੰਕਸ ਨੇ। ਇਹ 26 ਤੋਂ ਬਾਅਦ ਵਾਲਾ ਮਾਹੌਲ ਜਿਹੜਾ ਆ ਇੱਥੇ ਬਣਿਆ ਹੋਇਆ ਹੈ ਸਿੰਘੂ ਬਾਰਡਰ ਤੇ, ਉਹ ਤੁਹਾਨੂੰ ਦਿਖਾ ਰਹੇ ਹਾਂ। ਤੁਸੀਂ ਸੰਗਤ ਰੋਡ ਤੇ ਵੀ ਦੇਖ ਸਕਦੇ ਹੋ ਕਿੰਨੀ ਸੰਗਤ ਜਾ ਰਹੀ ਹੈ ਤੇ ਕਿਸ ਤਰ੍ਹਾਂ ਪ੍ਰਕਾਰ ਲਾਈਨਾਂ ਵੀ ਜਿਹੜੀਆਂ ਨੇ ਉਹ ਲੱਗੀਆਂ ਹੋਈਆਂ ਨੇ। ਸੋ ਅਸੀਂ ਇਸ ਦੇ ਨਾਲ ਗੱਲਬਾਤ ਵੀ ਕਰਦੇ ਹਾਂ ਜਿਨ੍ਹਾਂ ਵੱਲੋਂ ਇਹ ਵੱਡਾ ਜਿਹੜਾ ਉਪਰਾਲਾ ਆ ਉਹ ਕੀਤਾ ਗਿਆ ਆ, ਤਾਂ ਕੀ ਮਾਹੌਲ ਜਿਹੜਾ ਅੱਜ ਜਿਹੜਾ ਬਣਿਆ ਹੋਇਆ। ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਇੰਦਰਪ੍ਰੀਤ ਸਿੰਘ ਤੁਹਾਡਾ ਨਾਮ ਹੈ ਤੇ ਗੁਰੂ ਰਾਮਦਾਸ ਜੀ ਲੰਗਰ ਸੇਵਾ ਜਿਹੜੀ ਇਹ ਚੱਲ ਰਹੀ ਹੈ। ਕੀ ਲੱਗਦਾ ਹੈ ਕਿ 26 ਤੋਂ ਬਾਅਦ ਕਿਸਾਨਾਂ ਦੀ ਆਮਦ ਘਟੀ ਹੈ ਜਾਂ ਉਨੀ ਹੀ ਹੈ ਜਿੰਨੀ 24 ਨੂੰ 23 ਨੂੰ 22 ਨੂੰ ਸੀਗੀ? ਨਹੀਂ ਜੀ, ਜਿਹੜੀ 26 ਜਨਵਰੀ ਤੋਂ ਬਾਅਦ ਜਿਹੜੀ ਕਿਸਾਨਾਂ ਦੀ ਆਮਦ ਹੋਈ ਹੈ ਤੇ ਸਿਰਫ ਉਹੀ ਟਰੈਕਟਰ ਤੇ ਟਰਾਲੀਆਂ ਵਾਪਸ ਗਈਆਂ ਨੇ ਜਿਹੜੀਆਂ ਕਿ ਸਪੈਸ਼ਲ ਟਰੈਕਟਰ ਪਰੇਡ ਲਈ ਕਾਲ ਕੀਤੀਆਂ ਗਈਆਂ ਸੀ। ਇੱਕ ਕ੍ਰੀਏਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇੱਥੇ ਬਹੁਤ ਸਾਰੀ ਸੰਗਤ ਜਿਹੜੇ ਕਿਸਾਨ ਨੇ ਉਹ ਵਾਪਸ ਜਾ ਚੁੱਕੇ ਨੇ। ਹਾਲਾਂਕਿ 26 ਨੂੰ ਸਾਰਿਆਂ ਵੱਲੋਂ ਇਹ ਦੱਸਿਆ ਵੀ ਗਿਆ ਕਿ 26 ਨੂੰ ਜਿਹੜੇ ਟਰੈਕਟਰ ਸਪੈਸ਼ਲੀ ਲੈ ਕੇ ਆਏ ਸੀਗੇ ਰੈਲੀ ਦੇ ਲਈ, ਜਿਨ੍ਹਾਂ ਨੇ ਮਾਰਚ ਕਰਨਾ ਸੀਗਾ, ਉਹ ਵਾਪਸ ਗਏ ਨੇ। ਤੁਸੀਂ ਇੱਥੇ ਦਿਨ ਰਾਤ ਸੇਵਾ ਕਰਦੇ ਹੋ, ਤੁਹਾਡੇ ਜਦੋਂ ਸੇਵਾ ਸਟਾਰਟ ਹੁੰਦੀ ਹੈ ਉਸ ਤੋਂ ਲੈ ਕੇ ਸ਼ਾਮ ਤੱਕ ਕਿੰਨੇ ਕੁ ਜਿਹੜੇ ਕਿਸਾਨ ਨੇ ਪੀਜ਼ਾ ਲੈਣ ਲਈ ਆਉਂਦੇ ਨੇ, ਉੱਥੋਂ ਇੱਕ ਅੰਦਾਜ਼ਾ ਲੱਗ ਸਕਦਾ ਹੈ? ਦੇਖੋ, ਇੱਥੇ ਕਿਸਾਨ ਵੀ ਆਉਂਦੇ ਨੇ ਤੇ ਜਿਹੜੀ ਲੋਕਲ ਸੰਗਤ ਵੀ ਆ, ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਉਵੇਂ ਹੀ ਆ ਰਹੀ ਹੈ ਤੇ ਇਹਦੇ ਵਿੱਚ ਕੋਈ ਵੀ ਜਿਹੜਾ ਕਿ ਘਾਟਾ ਨਹੀਂ ਹੈ। ਹਾਂ, ਅੱਗੇ ਨਾਲੋਂ ਥੋੜਾ ਜਿਹਾ ਸਿਸਟਮੈਟਿਕਮ ਜਿਹੜਾ ਆ ਉਹ ਕੰਮ ਹੋ ਗਿਆ ਆ, ਕਿਉਂਕਿ ਗਾਂ ਜਿਹੜੀ ਆ ਫਸਲਾਂ ਦੀ ਵੀ ਕਿਸਾਨਾਂ ਨੇ ਤਿਆਰੀ ਕਰਨੀ ਹੈ ਆਪਣੀ, ਤੇ ਉਹ ਜਿਹੜੇ ਆਪਣੀ ਵਾਰੀ ਸਿਰ ਜਿਹੜੀਆਂ ਟਰਾਲੀਆਂ ਆਉਂਦੀਆਂ ਨੇ ਤੇ ਜਿਹੜੀਆਂ ਇੱਥੇ ਨੇ ਉਹ ਚਲੀਆਂ ਜਾਂਦੀਆਂ ਨੇ। ਇਸ ਤਰੀਕੇ ਨਾਲ ਜਿਹੜਾ ਕਿ ਉਹ ਪਹਿਲੇ ਵਰਗਾ ਹੀ ਮਾਹੌਲ ਹੈ, ਕੋਈ ਵੀ ਕਿਸੇ ਕਿਸਮ ਦੀ ਜਿਹੜੀ ਕਮੀ ਨਹੀਂ ਹੈ। ਤੁਸੀਂ ਘੁੰਮ ਫਿਰ ਕੇ ਵੀ ਦੇਖ ਸਕਦੇ ਹੋ। ਹਾਂ, ਥੋੜਾ ਜਿਹਾ ਜਿਹੜਾ ਇੱਥੇ ਰੋਕਾਂ ਲੱਗ ਗਈਆਂ ਨੇ, ਉਹ ਜਿਹੜਾ ਟ੍ਰੈਫਿਕ ਦਾ ਰਸ਼ ਸੀਗਾ ਉਹ ਹੁਣ ਸੜਕਾਂ ਤੇ ਨਜ਼ਰ ਨਹੀਂ ਆਉਂਦਾ। ਤੁਹਾਡਾ ਕੰਮ ਘਟਿਆ ਹੈ ਜਾਂ ਉਨਾ ਹੀ ਹੈ? ਸਾਡਾ ਕੰਮ ਤਾਂ ਵੱਧਦਾ ਹੀ ਹੈ ਜੀ, ਸਾਡਾ ਕੰਮ ਵੱਧਦਾ ਹੀ ਹੈ, ਸਾਡਾ ਕੰਮ ਨਹੀਂ ਘਟਦਾ। ਸਾਡਾ ਜਿਹੜਾ ਲੰਗਰ ਹੈ ਉਹ ਸੰਗਤਾਂ ਪਹਿਲੇ ਵੀ ਦੁੱਗਣੇ ਉਤਸ਼ਾਹ ਨਾਲ ਛਕਦੀਆਂ ਨੇ। ਬਿਲਕੁਲ, ਅਸੀਂ ਅੰਦਰ ਵੀ ਜ਼ਰੂਰ ਦਿਖਾਵਾਂਗੇ ਕਿਸ ਪ੍ਰਕਾਰ ਜਿਹੜਾ ਹੈ ਉਹ ਸੇਵਾ ਜਿਹੜੀ ਕੀਤੀ ਜਾ ਰਹੀ ਹੈ ਤੇ ਜਾਣਦੇ ਹਾਂ ਜਿਹੜੇ ਸੇਵਾ ਕਰ ਰਹੇ ਨੇ ਇੱਥੇ ਦਿਨ ਰਾਤ, ਉਹਨਾਂ ਤੋਂ ਪਤਾ ਕਰਦੇ ਹਾਂ ਕਿ ਇੱਥੇ ਕਿੰਨਾ ਕੁ ਜਿਹੜਾ ਹੈਗਾ ਆ ਵਾਧਾ ਹੋਇਆ ਹੈ ਜਾਂ ਨਾਰਮਲ ਉਸੇ ਤਰ੍ਹਾਂ ਹੀ ਆ। ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਾਰਾ ਦਿਨ ਤੁਸੀਂ ਸੇਵਾ ਕਰਦੇ ਹੋ? ਨਾ ਜੀ, ਅਸੀਂ ਅਲੱਗ-ਅਲੱਗ ਪਿੰਡਾਂ ਤੋਂ ਹੁੰਦੇ ਨੇ ਲੋਕ ਇੱਥੇ, ਜਿਨ੍ਹਾਂ ਦਾ ਟਾਈਮ ਲੱਗਦਾ ਉਨੀ ਦੇਰ ਉਹ ਆਪਣੀ ਸੇਵਾ ਕਰਦੇ ਨੇ, ਆਪਣਾ ਕੀਮਤੀ ਸਮਾਂ ਕੱਢਦੇ ਨੇ। ਜਦੋਂ ਤੁਸੀਂ ਆਉਂਦੇ ਹੋ ਸੇਵਾ ਕਰਦੇ ਹੋ, ਕੀ ਲੱਗਦਾ ਹੈ ਕਿੰਨੀ ਕੁ ਸੰਗਤ ਆਉਂਦੀ? ਹਾਲਾਂਕਿ ਕਿਹਾ ਜਾ ਰਿਹਾ ਹੈ ਕਿਸਾਨ ਬਹੁਤ ਸਾਰੇ ਵਾਪਸ ਜਾ ਚੁੱਕੇ ਨੇ, ਉਤਸ਼ਾਹ ਘਟ ਚੁੱਕਿਆ ਹੈ। ਮੈਨੂੰ 2 ਘੰਟੇ ਹੋ ਗਏ ਨੇ ਇੱਥੇ ਸੇਵਾ ਕਰਦੇ ਨੂੰ। ਮੈਂ ਦੇਖਿਆ ਕਿ ਲੋਕ 3 ਘੰਟੇ ਤੋਂ 2 ਘੰਟੇ ਤੋਂ ਪਹਿਲਾਂ ਆ ਕੇ ਇੱਥੇ ਖੜ ਗਏ ਨੇ ਪੀਜ਼ੇ ਲਈ। ਇੰਨਾ ਉਹਨਾਂ ਨੂੰ ਵੀ ਪੀਜ਼ੇ ਦਾ ਚਾਅ ਹੈ ਵੀ ਬਹੁਤ ਸਾਰੇ ਇੱਥੇ ਲਗਭਗ ਸਾਰੇ ਕਿਸਾਨ ਹੀ ਨੇ, ਵਿੱਚ ਗਰੀਬ ਲੋਕ ਬਹੁਤ ਆਉਂਦੇ ਨੇ। ਹਾਂਜੀ, ਮਤਲਬ ਉਵੇਂ ਹੀ ਜਿਵੇਂ ਪਹਿਲਾਂ ਅਸੀਂ 22-23 ਦੀ ਗੱਲ ਕਰਦੇ ਹਾਂ ਜਨਵਰੀ ਦੀ, ਉਨੇ ਹੀ ਲੋਕ ਅੱਜ ਵੀ ਮੌਜੂਦ ਨੇ ਜਿਹੜੇ ਸੰਘਰਸ਼ ਕਰ ਰਹੇ ਨੇ ਕਿਸਾਨ। ਹਾਂਜੀ ਹਾਂ, ਅੱਗੇ ਨਾਲੋਂ ਬਹੁਤ ਜ਼ਿਆਦਾ ਲੋਕ ਆ ਰਹੇ ਨੇ। ਪਰ ਇੱਕ ਵਾਰ ਆਪਾਂ ਮੰਨਦੇ 26 ਨੂੰ ਕੋਈ ਥੋੜਾ ਘਟ ਗਿਆ ਸੀਗਾ, ਪਰ ਹੁਣ ਲੋਕ ਫਿਰ ਤਾਂ ਉਨੀ ਇਕੱਠ ਹੋ ਰਿਹਾ ਦੁਬਾਰੇ। ਹਾਂਜੀ, ਇਹ ਤਸਵੀਰਾਂ ਦੇ ਜ਼ਰੀਏ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਜਿੰਨੇ ਕਿਸਾਨ ਜਿਹੜੇ ਆ ਲੈਣ ਲਈ ਆ ਰਹੇ ਨੇ, ਉਸੇ ਹੀ ਪ੍ਰਕਾਰ ਤਿਆਰੀ ਵੀ ਹੈ। ਤੇ ਅਸੀਂ ਜਾਣਦੇ ਹਾਂ ਕਿ ਸੱਚਮੁੱਚ ਜਿਹੜਾ ਦਿਖਾਇਆ ਜਾ ਰਿਹਾ ਸੀ ਹੋਰ ਮੀਡੀਆ, ਨੈਸ਼ਨਲ ਮੀਡੀਆ ਦੇ ਵੱਲੋਂ, ਕਿ ਇੱਥੇ ਘਟ ਗਿਆ ਹੈਗਾ ਰਸ਼, ਇਹ ਜਿਹੜੀਆਂ ਚੀਜ਼ਾਂ ਨੇ ਇਹ ਸਾਫ਼ ਤੌਰ ਤੇ ਦਿਖਾ ਰਹੀਆਂ ਨੇ। ਤੁਸੀਂ ਇੱਥੋਂ ਪੂਰਾ ਦੇਖ ਸਕਦੇ ਹੋ ਕਿ ਕਿਸ ਪ੍ਰਕਾਰ ਕਿੰਨੇ ਪੀਜ਼ਾਜ਼ ਇੱਕ ਵਾਰ ਇੱਥੇ ਰੱਖੇ ਗਏ ਨੇ ਤਿਆਰ ਕਰਨ ਦੇ ਲਈ। ਮਸ਼ੀਨਸ ਨੇ, ਮਸ਼ੀਨਸ ਦੇ ਵਿੱਚ ਬਣ ਰਹੇ ਨੇ, ਓਵਨ ਦੇ ਵਿੱਚ, ਤੇ ਕਿਸ ਪ੍ਰਕਾਰ ਨਾਲ ਦੀ ਨਾਲ ਹੀ ਉਹਨਾਂ ਨੂੰ ਡਿਸਟਰੀਬਿਊਟ ਵੀ ਕੀਤਾ ਜਾ ਰਿਹਾ ਹੈ। ਇਹ ਸਾਰਾ ਦਿਨ ਪ੍ਰੋਸੈਸ ਉਵੇਂ ਹੀ ਚੱਲ ਰਿਹਾ ਹੈ। ਕੀ ਲੱਗਦਾ ਹੈ ਕਿਸਾਨ ਘਟ ਗਏ ਨੇ ਇੱਥੋਂ? ਤੁਹਾਡਾ ਕੰਮ ਕੁਝ ਘਟਿਆ ਹੈ? ਨਹੀਂ ਜੀ, ਦਿਖਾਇਆ ਜਾ ਰਿਹਾ ਹੈ ਕਿ 26 ਤੋਂ ਬਾਅਦ ਬਹੁਤ ਸਾਰੇ ਕਿਸਾਨ ਘਟ ਚੁੱਕੇ ਨੇ। ਉਹ ਤਾਂ ਕਹਿ ਰਹੇ ਆ ਕਿ ਪਬਲਿਕ ਇੱਥੇ ਆਵੇ ਨਾ ਤੇ ਡਰਾ ਰਹੇ ਆ। ਤੁਹਾਡੇ ਕੰਮ ਤੇ ਕੋਈ ਫਰਕ ਨਹੀਂ, ਤੁਹਾਡਾ ਕੰਮ ਸਾਰਾ ਦਿਨ ਉਵੇਂ ਹੀ ਚੱਲਦਾ? ਹਾਂਜੀ ਹਾਂਜੀ, ਉਦਾਂ ਹੀ ਚੱਲ ਰਿਹਾ।
ਬਿਲਕੁਲ ਇਹ ਤੁਸੀਂ ਤਸਵੀਰਾਂ ਦੇ ਜ਼ਰੀਏ ਵੀ ਦੇਖ ਸਕਦੇ ਹੋ ਕਿ ਕੰਮ ਉਸੇ ਹੀ ਪ੍ਰਕਾਰ ਇੱਥੇ ਜਿਹੜਾ ਸੇਵਾ ਦਾ ਹੈ ਉਹ ਚੱਲ ਰਿਹਾ ਹੈ, ਉਸੇ ਹੀ ਪ੍ਰਕਾਰ ਇਹਨਾਂ ਦੇ ਵੱਲੋਂ ਜਿਹੜੀ ਸੇਵਾ ਕੀਤੀ ਜਾ ਰਹੀ ਹੈ ਤੇ ਸੰਗਤ ਵੀ ਉਨੀ ਹੀ ਵੱਡੀ ਤਾਦਾਦ ਦੇ ਵਿੱਚ, ਕਿਸਾਨ ਉਨੀ ਹੀ ਵੱਡੀ ਤਾਦਾਦ ਦੇ ਵਿੱਚ ਇੱਥੇ ਆ ਰਹੇ ਨੇ ਤੇ ਪੀਜ਼ਾਜ਼ ਲੈ ਕੇ ਜਾ ਰਹੇ ਨੇ। ਇਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ KTV UK ਤੇ, ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਕਿੰਨੇ ਜਿਹੜੇ ਆ ਅਸੀਂ ਗਿਣਤੀ ਨਹੀਂ ਕਰ ਸਕਦੇ ਕਿ ਕਿੰਨੇ ਵਲੰਟੀਅਰਸ ਜੇ ਅਸੀਂ ਇਹਨਾਂ ਨੂੰ ਕਹੀਏ, ਕਿੰਨੇ ਸੇਵਾਦਾਰ ਜਿਹੜੇ ਨੇ ਇੱਥੇ ਸੇਵਾ ਇਸ ਸਮੇਂ ਕਰ ਰਹੇ ਨੇ। ਇੱਥੇ ਤੇ ਅਗਲੇ ਪਾਸੇ ਜਿੱਥੇ ਡਿਸਟ੍ਰੀਬਿਊਟ ਕੀਤਾ ਜਾਣਾ ਹੈ ਉੱਥੇ ਹੀ ਸੇਵਾ ਜਿਹੜੀ ਉਸੇ ਹੀ ਪ੍ਰਕਾਰ ਚੱਲ ਰਹੀ ਹੈ। ਇਹ ਦੇਖ ਸਕਦੇ ਹੋ ਤੁਸੀਂ ਤਸਵੀਰਾਂ ਦੇ ਜ਼ਰੀਏ ਕਿ ਸੇਵਾਦਾਰ ਜਿਹੜੇ ਨੇ ਉਹ ਸੇਵਾ ਨਾਲ ਦੀ ਨਾਲ ਕਰ ਰਹੇ ਨੇ। ਸੋ ਕੁਝ ਲੋਕ ਇੱਥੇ ਜਿਹੜੇ ਕਿਸਾਨ ਨੇ ਉਹ ਛਕ ਵੀ ਰਹੇ ਨੇ। 2-3 ਮਸ਼ੀਨਸ ਜਿਹੜੀਆਂ ਨੇ ਲੱਗੀਆਂ ਹੋਈਆਂ ਨੇ। ਅਸੀਂ ਜਾਣਦੇ ਜ਼ਰੂਰ ਇਹਨਾਂ ਤੋਂ ਕਿ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕਿਵੇਂ ਲੱਗ ਰਿਹਾ ਹੈ, ਕੰਮ ਘਟ ਗਿਆ ਹੈ ਕਿ ਜਾਂ ਕੰਮ ਵੱਧ ਗਿਆ ਹੈ? ਨਹੀਂ ਕੰਮ ਤਾਂ ਪਹਿਲਾਂ ਨਾਲੋਂ ਵਧੇ ਰਿਹਾ ਜੀ, ਦਿਨ ਪਰ ਦਿਨ ਘਟਣੇ ਵਾਲੀ ਤਾਂ ਗੱਲ ਨਹੀਂ ਹੁੰਦੀ। ਇੱਕ ਬਣਾਇਆ ਜਾ ਰਿਹਾ ਹੈ, ਇੱਕ ਇਸ ਤਰ੍ਹਾਂ ਦਾ ਕ੍ਰੀਏਟ ਕੀਤਾ ਜਾ ਰਿਹਾ ਹੈ ਕਿ ਕਿਸਾਨ ਘਟ ਗਏ ਨੇ, ਇੱਥੋਂ ਕਿਸਾਨ ਘਟ ਗਏ ਨੇ। ਕੀ ਲੱਗਦਾ ਹੈ ਤੁਹਾਡੇ ਕੰਮ ਤੋਂ ਤੁਹਾਨੂੰ ਆਪ ਨੂੰ ਅੰਦਾਜ਼ਾ ਹੋ ਗਿਆ ਹੋਊਗਾ ਕਿ ਕਿਸਾਨ ਘਟ ਗਏ ਨੇ ਜਾਂ ਉਨੇ ਹੀ ਨੇ? ਨਹੀਂ ਜਿਹੜੇ ਚਾਹੁੰਦੇ ਨੇ ਉਹਨਾਂ ਲਈ ਤਾਂ ਘੱਟੇ ਨੇ ਹਮੇਸ਼ਾ। ਜਿਨ੍ਹਾਂ ਨੇ ਜਿਹੜੇ ਆਉਂਦੇ ਨੇ, ਜਿਹੜੇ ਕੰਮ ਕਰ ਰਹੇ ਨੇ ਉਰੇ, ਉਹਨਾਂ ਨੂੰ ਪਤਾ ਲੱਗਦਾ ਵੀ ਕਿੰਨੇ ਕਿਸਾਨ ਵੱਧ ਰਹੇ ਨੇ। ਸਾਰਾ ਦਿਨ ਵੇਲ ਨਹੀਂ ਮਿਲਦੀ? ਨਹੀਂ ਉਹ ਤਾਂ ਮਿਲਦੀ ਹੋ ਨਹੀਂ ਹੈਗੀ ਜੀ। ਪਹਿਲਾਂ ਦੂਜੇ ਲੰਗਰ ਚੋਂ ਸੀਗੇ, ਹੁਣ ਇੱਥੇ ਆ ਕੇ ਪਹਿਲੇ ਜਾ ਰਹੇ ਸੀਗੇ ਸੇਵਾ ਕਰਦੇ। ਵੀਰ ਜੀ ਕਹ ਰਹੇ ਇੱਧਰ ਲੋੜ ਹੈ, ਫਿਰ ਇੱਧਰ ਖੜ ਗਏ ਆ ਕੇ। ਡੇ ਬਾਈ ਡੇ ਇਨਕਰੀਜ਼ ਹੋ ਰਿਹਾ, ਡਿਕਰੀਜ਼ ਨਹੀਂ ਹੋ ਰਿਹਾ ਜੀ। ਕੀ ਲੱਗਦਾ ਹੈ ਕਿ ਜਦੋਂ ਅਸੀਂ ਸਟੇਜ ਵਾਸੇ ਵੀ ਜਾਂਦੇ ਹਾਂ ਉੱਥੇ ਵੀ ਇੰਨੇ ਕਿਸਾਨ ਨੇ, ਬਹੁਤ ਵੱਡਾ ਇਕੱਠ ਜਿਹੜਾ ਕਿਸਾਨਾਂ ਦਾ ਹੈ। ਅੱਜ ਬਹੁਤ ਸਾਰੇ ਸਿੰਗਰ ਵੀ ਆਏ ਨੇ, ਹੋਰ ਵੀ ਪੰਜਾਬ ਤੋਂ ਵੀ, ਹਰਿਆਣੇ ਤੋਂ ਵੀ ਬਹੁਤ ਸਾਰੇ। ਹਰਿਆਣੇ ਦੇ ਲੋਕਾਂ ਦੀ ਕਿੰਨੀ ਕੁ ਇਹਦੇ 'ਚ ਕੰਟਰੀਬਿਊਸ਼ਨ ਜ਼ਿਆਦਾ ਵੱਧ ਗਈ ਹੈ, ਕੀ ਲੱਗਦਾ ਹੈ? ਨਹੀਂ ਜਿੰਨਾ ਵੀ ਇਕੱਠ ਜਾਂਦਾ ਹੈਗਾ, ਜੇ ਪੰਜਾਬ ਦੇ ਜਿੰਨੇ ਵੀ ਕਿਸਾਨ ਨੇ ਤੁਹਾਡੇ ਉਨੇ ਹੀ ਕਿਸਾਨ ਹੈਗੇ ਨੇ ਹਰਿਆਣੇ ਦੇ ਨਾਲ ਨੇ। ਡੇ ਬਾਈ ਹੁਣ ਜਿਵੇਂ UP ਦੇ ਕਿਸਾਨ ਨੇ ਉਹ ਵੀ ਮਿਲਦੇ ਨੇ ਲੰਗਰ 'ਚ, ਇਕੱਠੇ ਛਕਦੇ ਨੇ। ਕੋਈ ਐਵੇਂ ਨਹੀਂ ਹੈਗਾ ਕਿ ਕੋਈ ਇਮੋਸ਼ਨਸ ਕਿਸੇ ਦੇ, ਹਰੇਕ ਦੇ ਜੁੜੇ ਹੋਏ ਨੇ ਇੱਕ ਦੂਜੇ ਨਾਲ। UP ਦੇ ਕਿਸਾਨ ਕਿਹਾ ਜਾ ਰਿਹਾ ਹੈ ਨਰਿੰਦਰ ਸਿੰਘ ਤੋਮਰ ਜੀ ਦੁਆਰਾ ਕਿ ਇੱਕ ਖਿੱਤੇ ਦੇ ਜਾਂ ਇੱਕ ਸੂਬੇ ਦੇ ਕਿਸਾਨ ਨੇ। ਤੁਸੀਂ ਸਾਰਾ ਦਿਨ ਸੇਵਾ ਕਰਦੇ ਹੋ, ਬਹੁਤ ਸਾਰੇ ਕਿਸਾਨ ਇੱਥੇ ਆਉਂਦੇ ਨੇ। ਕੀ ਲੱਗਦਾ ਹੈ ਕਿ ਸਿਰਫ ਇੱਕ ਸੂਬੇ ਦੇ ਕਿਸਾਨ ਇਕੱਠੇ ਹੋਏ? ਨਹੀਂ ਇੱਕ ਸੂਬੇ ਦੇ ਨਹੀਂ ਹੈਗੇ। ਤੁਸੀਂ ਇੱਕ ਵਾਰ ਫੀਲਡ 'ਚ ਆ ਕੇ ਦੇਖੋ, ਤੁਸੀਂ ਇੱਕ ਵਾਰ ਲੰਗਰ 'ਚ ਦੇਖ ਲਓ, ਤੁਸੀਂ ਲੰਗਰ 'ਚ ਵੀਡੀਓ ਬਣਾ ਕੇ ਦੇਖ ਲਓ। ਉੱਥੇ ਹੀ ਕਿਸਾਨ, ਹਰੇਕ ਕੰਟਰੀ ਦੇ ਕਿਸਾਨ ਹੋਣਗੇ। ਜਿਵੇਂ ਹਰ ਇੱਕ ਸੂਬੇ ਦੇ ਕਿਸਾਨ ਹੋਣਗੇ, ਜਿਵੇਂ ਕਿ UP ਦਾ ਹੋ ਗਿਆ, ਬਿਹਾਰ ਦਾ ਹੋ ਗਿਆ, ਇਹਨਾਂ ਦੇ ਹੋ ਗਏ, ਹਰਿਆਣੇ ਦੇ ਹੋ ਗਏ, ਪੰਜਾਬ ਦੇ ਹੋਣਗੇ। ਸਾਰੇ ਇੱਕੇ ਪੰਗਤ 'ਚ ਬਹਿ ਕੇ ਲੰਗਰ ਛਕਦੇ ਨੇ। 12-15 ਸੂਬਿਆਂ ਦੇ ਕਿਸਾਨ ਤਾਂ ਲਗਭਗ ਡਟੇ ਹੋਏ ਨੇ। ਨਹੀਂ ਉਹ ਤਾਂ ਹੈ ਨਹੀਂ, ਹੋਣਗੇ। ਇੱਕ ਕੰਟਰੀ ਦੇ ਸ਼੍ਰੀਲੰਕਾ ਦੇ ਵੀ ਸੀਗੇ ਜਿਹੜੇ ਐਪਰੀਸ਼ੀਏਟ ਕਰਨ ਵਾਸਤੇ ਆਏ ਹੋਏ ਸੀਗੇ। ਉਹਨਾਂ ਨੇ ਬੈਨਰ ਪਾਇਆ ਹੋਇਆ ਸੀਗਾ ਗਲੇ 'ਚ। ਤੁਸੀਂ ਉਹਨਾਂ ਦਾ ਇੱਕ ਵਾਰ ਰਿਕਾਰਡ ਕਰਕੇ ਚੈੱਕ ਕਰਕੇ ਦੇਖਿਓ। ਕੁਝ ਲੋਕ ਅਸੀਂ ਕਹਿ ਸਕਦੇ ਹਾਂ ਕਿ ਖੁਦ ਦੀ ਦੂਜੀਆਂ ਦੇਸ਼ਾਂ ਤੋਂ ਖੁਦ ਆਪਣੀ ਪ੍ਰੈਜ਼ੈਂਸ ਫਿਜ਼ੀਕਲ ਦਿੰਦੇ ਨੇ ਤੇ ਕੁਝ ਡਿਜੀਟਲ ਮੀਡੀਆ ਦੇ ਰਾਹੀਂ ਵੀ ਦੇ ਰਹੇ ਨੇ, ਜਿਵੇਂ ਕਿ ਰਿਆਨਾ ਦਾ ਜਿਹੜਾ ਟਵੀਟ ਆਉਂਦਾ ਆ ਜਾਂ ਗ੍ਰੇਟਾ ਥਨਬਰਗ ਦਾ ਆਉਂਦਾ ਆ। ਕੀ ਲੱਗਦਾ ਹੈ ਕਿ ਫੋਰਨ ਕੰਟਰੀਆਂ ਵਾਲੇ ਕਿੰਨੇ ਕੁ ਜੁੜ ਚੁੱਕੇ ਨੇ ਕਿਸਾਨੀ ਅੰਦੋਲਨ? ਨਹੀਂ ਉਹਨਾਂ ਦਾ ਕੰਟਰੀਬਿਊਸ਼ਨ ਤਾਂ ਟਵੀਟ ਦੇ ਰਾਹੀਂ ਤਾਂ ਆਪਣੇ ਨਾਲ ਹੈਗਾ ਹੀ ਹੈਗਾ। ਕਿਸਾਨ ਨਾਲ ਹਰੇਕ ਮੁੱਦੇ ਨਾਲ ਕੋਈ ਨਾ ਕੋਈ ਤਾਂ ਜੁੜਿਆ ਹੋਇਆ ਹੈ। ਜੇ ਕੋਈ ਪ੍ਰੈਜ਼ੈਂਟ ਉਰੇ ਆ ਨਹੀਂ ਸਕਦਾ, ਉਹ ਟਵੀਟ ਨਾਲ ਹੈਗਾ ਹੈ। ਸੋਸ਼ਲ ਮੀਡੀਆ ਦੇ ਰਾਹੀਂ ਤਾਂ ਹਰੇਕ ਕੋਈ ਅਵੇਲੇਬਲ ਹੈਗਾ ਇੱਥੇ। ਬਾਕੀ ਕੰਟਰੀਆਂ ਜਿਹੜੀਆਂ ਨੇ ਉੱਥੋਂ ਦੇ ਜਿਹੜੇ ਲੋਕ ਨੇ ਕਿਸ ਪ੍ਰਕਾਰ ਕਿਸਾਨਾਂ ਦੇ ਨਾਲ ਹਮਾਇਤ ਆਪਣੀ ਪ੍ਰਗਟ ਕਰ ਰਹੇ ਨੇ, ਇਹ ਦੱਸ ਰਹੇ ਨੇ। ਤੇ ਅਸੀਂ ਤੁਹਾਨੂੰ ਬਾਰ-ਬਾਰ ਤਸਵੀਰਾਂ ਇੱਥੇ ਦਿਖਾ ਰਹੇ ਹਾਂ ਕਿ ਕਿਸ ਪ੍ਰਕਾਰ ਲਗਾਤਾਰ ਜਿਹੜਾ ਆ ਬਿਨਾਂ ਰੁਕੇ, ਇੱਥੇ ਤੁਸੀਂ ਦੇਖ ਸਕਦੇ ਹੋ ਕਿ ਬਿਨਾਂ ਰੁਕੇ ਜਿਹੜਾ ਪੀਜ਼ਾਜ਼ ਬਣਾਏ ਜਾ ਰਹੇ ਨੇ ਤੇ ਨਾਲ ਦੀ ਨਾਲ ਡਿਸਟ੍ਰੀਬਿਊਟ ਕੀਤੇ ਜਾ ਰਹੇ ਨੇ। ਕਿੰਨਾ ਸਮਾਂ ਲੱਗਦਾ ਹੈ ਜਦੋਂ ਤੁਸੀਂ ਇਹ ਕਿੰਨੇ ਪੀਜ਼ਾਜ਼ ਇੱਕ ਵਾਰ ਪਾਉਂਦੇ ਹੋ ਇੱਕ ਮਸ਼ੀਨ ਵਿੱਚ? ਇੱਕ ਮਸ਼ੀਨ 'ਚ ਇੱਕ ਵਾਰ 6 ਪੀਜ਼ੇ ਪਾਉਂਦੇ ਆ। ਇੱਕ ਪੀਜ਼ਾ ਬਣਦੇ 2 ਮਿੰਟ ਦੀ ਲਿਮਿਟ ਹੈ ਜੀ। 2 ਮਿੰਟ ਦੇ ਵਿੱਚ। ਤੇ ਤੁਹਾਡੇ ਇਧਰੋਂ ਤੁਹਾਡੀ ਲਿਮਿਟ ਹੈਗੀ ਆ 6, 12 ਤੇ 18 ਪੀਜ਼ਾ ਬਣ ਜਾਂਦੇ ਨੇ 2 ਮਿੰਟ ਦੇ ਵਿੱਚ। ਨਹੀਂ ਇਹ ਬਣ ਕੇ 2 4 6 ਪੀਜ਼ੇ 2 ਮਿੰਟ 'ਚ ਬਣਦੇ। ਠੀਕ ਆ ਜੀ, 6 ਪੀਜ਼ਾ ਬਣ ਕੇ 2 ਮਿੰਟ ਦੇ ਵਿੱਚ। ਤੇ ਮੈਨੂੰ ਲੱਗਦਾ ਕਿ ਡਿਸਟ੍ਰੀਬਿਊਟ ਹੋਣ ਨੂੰ ਉਹਨਾਂ ਨੂੰ ਅੱਧਾ ਮਿੰਟ ਵੀ ਨਹੀਂ ਲੱਗਦਾ। ਬਿਲਕੁਲ ਸਹੀ ਗੱਲ ਹੈ, ਨਹੀਂ ਲੱਗਦਾ ਕਿਉਂਕਿ ਬਹੁਤ ਜ਼ਿਆਦਾ ਸਾਡੇ ਕਿਸਾਨ ਵੀਰ ਆ। ਅਸੀਂ ਇਕੱਲੇ ਕਿਸਾਨ ਵੀਰ ਨਹੀਂ, ਸਾਡੇ ਵਾਸਤੇ ਕੋਈ ਵੀ ਆਵੇ, ਅਸੀਂ ਹਰ ਇੱਕ ਨੂੰ ਇਹ ਪੀਜ਼ਾ ਦਾ ਲੰਗਰ ਛਕਾਉਂਦੇ ਆ। ਚਾਹੇ ਉਹ ਇੱਥੋਂ ਦਾ ਲੋਕਲ ਆ, ਚਾਹੇ ਉਹ UP ਦਾ, ਚਾਹੇ ਉਹ ਬਿਹਾਰ ਦਾ, ਕੋਈ ਉਹ ਸਾਡੇ ਵਾਸਤੇ ਇੱਕ ਹੀ ਆ। 2 ਮਹੀਨੇ ਤੋਂ ਸਾਡਾ ਲੰਗਰ ਚੱਲ ਰਿਹਾ, ਨਿਰੰਤਰ ਚੱਲ ਰਿਹਾ ਜੀ। ਵਿਦ ਕੋਕ ਦੀ ਸੇਵਾ ਚੱਲ ਰਹੀ ਆ ਸਾਡੇ ਵੈਸੇ। ਕੋਈ ਘੱਟ ਤੋਂ ਘੱਟ ਸਾਡਾ ਇੱਥੇ 3 ਕੁਆਂਟਲ 2.5 ਕੁਆਂਟਲ ਦੇ ਕਰੀਬ ਮੈਦਾ ਇੱਕ ਦਿਨ ਦਾ ਲੱਗ ਰਿਹਾ, ਜਦ ਕਿ ਇਹਨਾਂ ਲੰਗਰ 'ਚ ਨਹੀਂ ਲੱਗਦਾ। ਬਿਲਕੁਲ। ਇੱਕ ਬਹੁਤ ਵੱਡਾ ਸਵਾਲ ਤੁਸੀਂ ਕਿਹਾ ਵੀ 2.5-3 ਕੁਇੰਟਲ ਮੈਦਾ, ਕੀ 21-22 ਤਰੀਕ ਨੂੰ ਜਦੋਂ ਜਨਵਰੀ ਦੇ ਵਿੱਚ ਤੁਸੀਂ ਇੱਥੇ ਲਗਾਉਂਦੇ ਸੀਗੇ ਉਦੋਂ ਵੀ ਇੰਨਾ ਹੀ ਲੱਗਦਾ ਸੀ? ਹਾਂਜੀ, ਜਦੋਂ ਅਸੀਂ ਆਏ ਨਾ ਉਦੋਂ ਵੀ ਇਦਾਂ ਲੱਗਦਾ। 26 ਤਰੀਕ ਦੇ ਕੋਈ 26-27 26 ਨੂੰ ਅਸੀਂ ਕਹਿ ਸਕਦੇ ਉਦੋਂ ਜ਼ਿਆਦਾ ਵੱਧ ਗਿਆ ਸੀਗਾ, ਪਰੰਤੂ ਅਸੀਂ 22-23 ਤਰੀਕ ਦੀ ਗੱਲ ਕੀਤੀ ਆ। ਉਦੋਂ ਵੀ ਇਸੇ ਤਰ੍ਹਾਂ ਸੀ ਬਿਲਕੁਲ। 2 ਦਿਨ ਦੇ ਵਿੱਚ ਥੋੜਾ ਜਿਹਾ ਫਰਕ ਪਿਆ ਸੀ।
ਹਾਂਜੀ ਅਸੀਂ ਵੀ ਜਾਣਦੇ ਆ ਕਿ ਉਦੋਂ ਜ਼ਿਆਦਾ ਕਿਸਾਨ ਆਏ ਸੀਗੇ ਤੇ ਇੱਕ ਮਨਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਵੀ ਕਿਸਾਨ ਘਟ ਗਏ ਨੇ ਜਾਂ ਡਰਾਇਆ ਜਾ ਰਿਹਾ। ਨਹੀਂ ਜੀ, ਕੋਈ ਨਹੀਂ ਘਟੇ ਜੀ। ਫਿਰ ਉਸੇ ਤਰ੍ਹਾਂ ਹੀ ਜਿਸ ਤਰ੍ਹਾਂ ਰੈਗੂਲਰ ਪਹਿਲੇ ਆ ਰਹੇ ਸੀ ਉਸੇ ਤਰ੍ਹਾਂ ਹੀ ਹੋਣੇ ਆ ਕਿਸਾਨ ਜੀ। ਕੋਈ ਨਹੀਂ, ਤੁਸੀਂ ਜਾ ਕੇ, ਸਹੀ ਗੱਲ ਅੱਗੇ ਵੀਰ ਨੇ ਪਹਿਲੇ ਵੀ ਦੱਸਿਆ, ਤੁਸੀਂ ਇੱਕ ਨਹੀਂ ਹਰ ਇੱਕ ਲੰਗਰ 'ਚ ਜਾ ਕੇ ਤੁਸੀਂ ਦੇਖ ਸਕਦੇ ਜੀ ਕਿਉਂਕਿ ਟਰਾਲੀਆਂ ਉਸ ਤਰ੍ਹਾਂ ਹੀ ਆ ਰਹੀਆਂ ਤੇ ਉਸ ਤਰ੍ਹਾਂ ਹੀ ਜਾ ਰਹੀਆਂ ਜੀ। ਕਿਸਾਨਾਂ ਦਾ ਵਿੱਚ ਇੱਕ ਡਰ ਜਿਹਾ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ, ਕੀ ਲੱਗਦਾ ਹੈ ਕਿਸਾਨ ਡਰ ਗਏ ਨੇ? ਨਹੀਂ ਜੀ, ਅਸੀਂ ਉਹ ਕੌਮ ਹੈ ਜਿਹੜੀ ਡਰਨ ਵਾਲੀ ਨਹੀਂ ਆ। ਡਰਾ ਦੇਵਾਂਗੇ ਜੇ ਸਾਨੂੰ ਮੌਕਾ ਮਿਲੇ ਤਾਂ ਖੁਦ ਇਹਨਾਂ ਨੂੰ ਡਰਾ ਦੇਵਾਂਗੇ, ਪਰ ਸਾਨੂੰ ਇੰਨੀ ਇਜਾਜ਼ਤ ਨਹੀਂ ਕਿਉਂਕਿ ਸਾਰੇ ਜਿੰਨੇ ਵੀ ਸਾਡੇ ਨੁਮਾਇੰਦੇ ਆ ਜੋ ਵੀ ਆ ਆਂਦੇ ਕਿ ਸ਼ਾਂਤ ਸੁਭਾਅ ਦੇ ਨਾਲ ਰਹਿਣਾ ਆ, ਕਿਸੇ ਨੂੰ ਕੁਝ ਨਹੀਂ ਕਹਿਣਾ। ਇਸ ਕਰਕੇ ਭੈਣ ਜੀ ਮਤਲਬ ਕਿ ਇਹ ਆ ਜੀ, ਅਸੀਂ ਡਰਨ ਵਾਲੇ ਨਹੀਂ ਹੈਗੇ। ਸਾਡੇ ਉਹ ਲੋਕ ਆ ਕਿ ਜਿਹੜੇ ਇੱਕ ਤੇ ਗੋਲੀ ਖਾ ਕੇ ਵੀ ਇਦਾਂ ਖੜੇ ਆ, ਤਾਂ ਤੁਸੀਂ ਦੇਖ ਵੀ ਲਿਆ ਕੀ ਹੋਇਆ। ਬਾਕੀ ਜਿਹੜੀ ਇਹ ਤੇ ਬਹੁਤ ਗਲਤ ਗੱਲ ਆ ਜਿਹੜੀ ਮਤਲਬ ਮੈਂ ਤਾਂ ਗਲਤ ਹੀ ਕਹੂੰਗਾ ਕਿ ਡਰਨ ਵਾਲੀ। ਜੇ ਡਰਨ ਵਾਲੇ ਹੁੰਦੇ ਤਾਂ ਅਸੀਂ ਇੱਥੇ ਹੀ ਰਹਿੰਦੇ। ਡਰਨ ਤੋਂ ਬੇਖੌਫ ਆ ਜੀ। ਬੇਖੌਫ ਕੌਮ ਹੈ, ਇਹਨਾਂ ਦਾ ਕਹਿਣਾ ਹੈ ਡਰਨ ਵਾਲੇ ਨਹੀਂ ਆ, ਚਾਹੇ ਜੋ ਮਰਜ਼ੀ ਵੀ ਕਰ ਲਓ, ਅਸੀਂ ਇੱਥੇ ਡਟ ਕੇ ਖੜੇ ਆ। ਤੇ ਡਟ ਕੇ ਕਿਉਂ ਖੜੇ ਨੇ ਇਹ ਸਾਰੇ ਹੀ ਜਾਣਦੇ ਨੇ ਕਿ ਕਾਲੇ ਕਾਨੂੰਨ ਜਿਨ੍ਹਾਂ ਨੂੰ ਕਿਹਾ ਜਾ ਰਿਹਾ ਹੈ ਕਿਸਾਨਾਂ ਦੇ ਵੱਲੋਂ, ਉਹਨਾਂ ਕਾਨੂੰਨਾਂ ਨੂੰ ਰੱਦ ਕਰਵਾਉਣਾ ਹੈ। ਹਾਲਾਂਕਿ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਜੀ ਵੱਲੋਂ ਕਿਹਾ ਜਾਂਦਾ ਹੈ ਕਿ ਕਾਨੂੰਨ ਸਹੀ ਨੇ ਤੇ ਬਜ਼ੁਰਗਾਂ ਨੂੰ ਜਿਹੜਾ ਹੈ ਵਾਪਸ ਚਲੇ ਜਾਣਾ ਚਾਹੀਦਾ। ਇਸ ਗੱਲ ਦਾ ਜਵਾਬ ਵੀ ਅਸੀਂ ਜ਼ਰੂਰ ਲਵਾਂਗੇ। ਕਿਹਾ ਜਾ ਰਿਹਾ ਹੈ ਕਿ ਬਜ਼ੁਰਗਾਂ ਨੂੰ ਪ੍ਰਧਾਨ ਮੰਤਰੀ ਜੀ ਨੇ ਕਿਹਾ ਹੈ ਕਿ ਵਾਪਸ ਚਲੇ ਜਾਣਾ ਚਾਹੀਦਾ ਹੈ। ਬਜ਼ੁਰਗਾਂ ਦਾ ਅੰਦੋਲਨ ਦੇ ਵਿੱਚ ਕਿੰਨੀ ਵੱਡੀ ਜਿਹੜੀ ਸ਼ਮੂਲੀਅਤ ਦੀ ਜ਼ਰੂਰਤ ਹੈ? ਸਾਡੇ ਵੇਖੋ ਬਜ਼ੁਰਗ ਹੀ ਆ ਜਿਹੜੇ ਕਿ ਪਹਿਲੇ ਇੱਥੇ ਆਏ ਸੀ, ਠੀਕ ਹੈ ਜੀ, ਉਹਨਾਂ ਦੇ ਮਗਰ ਅਸੀਂ ਆਏ ਆ, ਠੀਕ ਹੈ ਜੀ। ਬਾਕੀ ਜੋ ਸਾਡੇ ਬਜ਼ੁਰਗ ਕਹਿਣਗੇ ਸਾਡੇ ਸਿਰ ਮੱਥੇ ਤੇ ਉਹਨਾਂ ਦੀ ਕਈ ਸਿਰ ਮੱਥੇ ਤੇ। ਪ੍ਰਧਾਨ ਮੰਤਰੀ ਜੀ ਕਹਿੰਦੇ ਨੇ ਕਿ ਜਿਹੜੇ ਬਜ਼ੁਰਗ ਜਿੰਨੇ ਵੀ ਇੱਥੇ ਬੈਠੇ ਨੇ, ਪ੍ਰਧਾਨ ਮੰਤਰੀ ਚਲੋ ਐਡਾ ਮੈਂ ਕੋਈ ਨਾ ਤੇ ਪੱਤਰਕਾਰ ਆ ਨਾ ਕੋਈ ਇੱਕ ਛੋਟਾ ਜਿਹਾ ਕਿਸਾਨ ਦਾ ਪੁੱਤਰ ਆ ਮੈਂ ਵੀ ਜੀ, ਠੀਕ ਹੈ ਜੀ। ਸਾਡੇ ਗੱਲ ਕਿਹਦੀ, ਪ੍ਰਧਾਨ ਮੰਤਰੀ ਤੇ ਬਹੁਤ ਕੁਝ ਕਹਿ ਰਹੇ ਆ। ਪ੍ਰਧਾਨ ਮੰਤਰੀ ਇੱਕ ਚਲੋ ਕਿ ਮੈਨੂੰ ਬਹੁਤਾ ਨਹੀਂ ਪਤਾ, ਇੰਨਾ ਮੈਂ ਕਹਿ ਦਿੰਦਾ, ਮੰਨ ਲਓ ਕਿ ਮੈਂ ਤੁਹਾਨੂੰ ਕੋਈ ਚੀਜ਼ ਦੇਣਾ, ਇੱਥੋਂ ਪੀਜ਼ੇ ਦਾ ਸਾਡਾ ਲੰਗਰ ਆ, ਜੇ ਮੰਨ ਲਓ ਕਿ ਤੁਹਾਨੂੰ ਮੈਂ ਪੀਜ਼ਾ ਦੇਣਾ, ਤੁਹਾਡਾ ਖਾਣ ਨੂੰ ਨਹੀਂ ਦਿਲ ਕਰ ਰਿਹਾ ਤੇ ਤੁਹਾਨੂੰ ਮੈਂ ਬਦੋ ਬਦੀ ਮੰਨ ਲਓ ਕਿ ਸੌਰੀ ਮਾਫ ਤੁਹਾਡੇ ਮੂੰਹ 'ਚ ਠੋਸਾਂ, ਤੁਸੀਂ ਕੀ ਕਹੋਗੇ ਮੈਨੂੰ? ਜਿਸ ਤਰ੍ਹਾਂ ਉਹ 3 ਬਿੱਲ ਸਾਨੂੰ ਦੇ ਰਿਹਾ ਜਦੋਂ ਸਾਨੂੰ ਜ਼ਰੂਰਤ ਹੀ ਨਹੀਂ ਆ, ਸਾਨੂੰ ਉਹ ਤੋਂ ਫਾਇਦਾ ਹੀ ਨਹੀਂ ਆ। ਅਸੀਂ ਪਾਗਲ ਹਾਂ ਜਦੋਂ ਕਹਿੰਦੇ ਕਿ ਸਾਨੂੰ ਨਹੀਂ ਜ਼ਰੂਰਤ, ਉਹ ਕਿਉਂ ਸਾਨੂੰ ਠੋਸ ਰਿਹਾ? ਤੇ ਇਸ ਕਰਕੇ ਉਹ ਜੋ ਵੀ ਬੋਲਦਾ ਅੱਜ ਤੱਕ ਗਲਤੀ ਬੋਲ ਰਿਹਾ। ਇਹ ਪਹਿਲਾ ਦੁਨੀਆ ਦਾ, ਮੈਂ ਵੀ ਮੇਰੀ ਉਮਰ 'ਚ ਉਹਨਾਂ ਦਾ ਕਹਿਣਾ ਹੈ ਕਿ ਲੋਕਤੰਤਰ ਦੀ ਮਦਰ ਹੈਗਾ ਆ ਭਾਰਤ, ਕਿਉਂਕਿ ਭਾਰਤ ਜੀ ਮੈਂ ਗੱਲ ਨਾ, ਤੁਸੀਂ ਲੋਕਤੰਤਰ ਦਾ ਨਾਂ ਲਿਆ ਨਾ, ਇਹ ਲੋਕਤੰਤਰ ਨਹੀਂ ਆ। ਇਹ ਜਿਹੜਾ ਮੋਦੀ ਜੀ ਇਹ ਤਾਨਾਸ਼ਾਹੀ ਕਰ ਰਹੇ ਆ ਜੀ, ਇਹਨੂੰ ਤਾਨਾਸ਼ਾਹੀ ਰਾਜ ਅਸੀਂ ਕਹਿਣਾਂਗੇ ਕਿਉਂਕਿ ਉਹ ਘਰ ਬੇਟਾ ਸਾਡਾ ਰਾਜ ਆ। ਲੋਕਤੰਤਰ ਦਾ ਰਾਜ ਆ ਕਿ ਮਤਲਬ ਕਿ ਸਾਡਾ ਰਾਜ, ਇਹ ਸਾਡਾ ਰਾਜ ਨਹੀਂ ਹੈ। ਰਾਜ ਤੋਂ ਆਪਣਾ ਚਲਾ ਰਿਹਾ। ਜਦ ਉਹਦੇ ਇੱਕ ਪ੍ਰਜਾ ਹੀ ਉਹਦੀ, ਜਦ ਬਾਪ ਦਾ ਬੇਟਾ ਹੀ ਨਹੀਂ ਖੁਸ਼ ਤੇ ਬਾਪ ਹੋਣ ਦਾ ਕੀ ਨਾਤਾ ਉਹਦਾ? ਕੋਈ ਫਾਇਦਾ ਨਹੀਂ ਹੈ। ਜਦ ਸਾਨੂੰ ਉਹਦੇ ਬਣਾਏ ਵਸੂਲ ਚੰਗੇ ਨਹੀਂ ਆ, ਸਾਨੂੰ ਭੁੱਖਮਾਰੀ ਤੱਕ ਲੈ ਜਾਣਗੇ ਤੇ ਫਿਰ ਉਹ ਗੱਲ ਕਿਹਦੀ ਤਾਨਾਸ਼ਾਹੀ ਨਹੀਂ ਹੋਇਆ। ਅਸੀਂ ਜ਼ਰੂਰ ਚਾਹਾਂਗੇ ਇੱਕ ਵਾਰੀ ਖੋਲ ਕੇ ਦੱਸਿਆ ਜਾਵੇ ਕਿ ਭੁੱਖਮਰੀ ਤੱਕ ਅਸੀਂ ਕਿੱਦਾਂ ਪਹੁੰਚਾਂਗੇ, ਕਿਉਂਕਿ ਅੱਜ ਕੱਲ ਅਸੀਂ ਜਾਣਦੇ ਹਾਂ ਕਿ ਹਰ ਇੱਕ ਕਿਸਾਨ ਨੂੰ ਪਤਾ ਹੈ ਕਿ ਉਹ ਕਾਨੂੰਨ ਕਿੱਧਰ ਨੂੰ ਜਾ ਰਹੇ ਨੇ। ਉਹਨੂੰ ਥੋੜਾ ਜਿਹਾ ਖੋਲ ਕੇ ਐਕਸਪਲੇਨ ਜ਼ਰੂਰ। ਮੰਨ ਲਓ ਤੁਸੀਂ ਕਹਿੰਦੇ ਨਾ, ਜਿਸ ਤਰ੍ਹਾਂ ਇਹਨਾਂ ਕਹਿਤਾ ਕਿ ਤੁਹਾਡੀਆਂ ਜ਼ਮੀਨਾਂ ਤੁਸੀਂ ਇਹਨਾਂ ਨੂੰ ਰੀਜ਼ ਤੇ ਜਾਂ ਠੇਕੇ ਤੇ ਦੇ ਦਿੱਤੀਆਂ ਸੀ, ਜਦ ਅਸੀਂ ਉਹਨੂੰ ਦੇ ਦਿੱਤੀ, ਕਿਸੇ ਕੋ ਅੱਧਾ ਕਿੱਲਾ ਜ਼ਮੀਨ ਹੈ, ਕਿਸੇ ਕੋ, ਸਾਨੂੰ ਬਾਹਰ ਉਹਨਾਂ ਨੇ ਅਨਾਜ ਸਾਡਾ ਅਸੀਂ ਸਿਰਫ ਕੰਮ ਕਰਦੇ ਰਹਿ ਗਏ, ਅਨਾਜ ਉਹ ਲੈ ਗਏ ਸੀ ਸਾਡਾ। ਬਾਅਦ ਵਿੱਚ ਸਾਨੂੰ ਇੰਨੀ ਇਜਾਜ਼ਤ ਨਹੀਂ ਹੈ ਕਿ ਇੱਕ ਅਸੀਂ ਮੰਨ ਲਓ ਕਿ ਅਸੀਂ ਮੱਕੀ ਬੀਜਦੇ ਹਾਂ, ਮੱਕੀ ਤੋਂ ਛੱਲੀਆਂ ਤਿਆਰ ਹੁੰਦੀਆਂ ਨਾ, ਇੱਕ ਛੱਲੀ ਤੋੜ ਕੇ ਲਈ ਤੇ ਸਾਡੇ ਤੇ ਦੱਸਦੇ ਕਿ ਉਹ ਵੀ ਕੇਸ ਹੋਣਗੇ, ਸਾਨੂੰ ਐਸਡੀਐਮ ਤੱਕ ਪੇਸ਼ ਹੋਣਾ ਪਏਗਾ। ਐਸਡੀਐਮ ਤੱਕ ਹੀ ਆਂਦੇ ਆ ਨਾ, ਪੇਸ਼ ਹੋਣਾ ਪਏਗਾ ਕਿਉਂ ਸਾਡੀ ਸਭ ਕੁਛ ਸਾਡੀ ਫਸਲ ਹੋ ਗਈ ਤਾਂ ਅਸੀਂ ਐਸਡੀਐਮ ਕੋ ਧੱਕੇ ਕਿਉਂ ਖਾਈਏ? ਜਦ ਕਿ ਸਾਡਾ ਬਹੁਤ ਸੋਹਣਾ ਚੱਲ ਰਿਹਾ, ਮੰਡੀਆਂ ਸ਼ੁਰੂ ਤੋਂ ਚੱਲਦਾ ਆਇਆ ਤੇ ਉਦਾਂ ਹੀ ਚੱਲਣ ਦੇਣ ਜੀ। ਇਹਦੇ ਵਿੱਚ ਵੇਖੋ ਜੀ, ਜਦੋਂ ਉਹਨੇ ਇੱਕ ਨੇ ਖਰੀਦ ਲਿਆ, ਪਹਿਲੇ ਸੀ ਸਟੋਰ ਕਰਨ ਦੀ ਲਿਮਟ। ਮੰਨ ਲਓ ਕਿ ਕੋਈ ਚੀਜ਼ ਆ, ਇੱਕ ਚੀਜ਼ ਤੁਸੀਂ ਗੱਲ ਕੀਤੀ ਜਦੋਂ ਸਾਰੇ ਭਾਰਤ ਵਿੱਚ ਜਾਂ 1 ਕੁਇੰਟਲ ਜਾਂ 10 ਕਿਲੋ, ਇੱਕ ਨੋਰਮਲੀ ਗੱਲ ਹੈ। ਇੱਕ ਸਟੋਰ ਦੀ ਗੱਲ ਸੁਣੀ, ਜੇ ਸਟੋਰ ਦੀ ਇਹ ਵੀ ਮੈਂ ਤੁਹਾਨੂੰ ਦੱਸ ਦਿਆਂ ਕਿਉਂਕਿ ਮੈਨੂੰ ਬਹੁਤਾਂ ਜੋ ਸਟੋਰ ਤੁਸੀਂ 10 ਕਿਲੋ ਸਾਰੇ ਭਾਰਤ ਵਿੱਚ ਤੁਸੀਂ ਸਟੋਰ ਕਰ ਲਈਓ ਚੀਜ਼, ਮੈਂ ਵੇਖੋ ਜੀ ਸਟੋਰ ਕਰ ਲਈ, ਸਟੋਰ ਕਰਕੇ ਸਾਡੇ ਕੋਲ 10 ਲੈ ਲਈ, ਬਾਅਦ 'ਚ ਉਹਨੂੰ 100 ਰੁਪਏ ਵੀ ਵੇਚ ਸਕਦੇ ਜੀ। ਤੇ ਚਲੋ ਜੀ ਅੱਗੇ ਜੇ ਉਹ ਜਿਹੜਾ ਲੈਂਦਾ ਸੀ 10 ਤੋਂ 12 ਹੋ ਸਕਦਾ ਰੇਟ, ਜਦੋਂ 100 ਤੇ ਤੁਸੀਂ ਰੇਟ ਉਹ ਸਟੋਰ ਕਰਕੇ ਵੇਚੋਗੇ ਤੇ ਗਰੀਬ ਆਦਮੀ ਕਿੱਥੋਂ ਖਾਏਗਾ? ਭੁੱਖਮਾਰੀ ਨਹੀਂ ਹੋਏਗੀ ਤੇ ਕੀ ਹੋਏਗੀ? ਬਿਲਕੁਲ, ਇੱਕ ਨਾਲ ਸਟੋਰ ਕਰਨ ਦਾ ਇੱਕ ਕਾਨੂੰਨ ਬਣਿਆ ਆ। ਤੁਸੀਂ ਕਿਸਾਨ ਹੋ, ਇੱਕ ਸਿੰਪਲ ਜਿਹੇ ਕਿਸਾਨ ਹੋ, ਤੁਸੀਂ ਆਪਣੇ ਘਰ ਦੇ ਵਿੱਚ ਸਟੋਰ ਕਰਨਾ ਹੋਵੇ ਕੁਝ ਵੀ ਅਨਾਜ, ਕਿੰਨੇ ਸਮੇਂ ਲਈ ਤੁਹਾਡੇ ਕੋਲ ਕਿੰਨਾ ਕੁ ਵੱਡਾ ਸਟੋਰੇਜ ਹੈ? ਕਿਉਂਕਿ ਉਹਨਾਂ ਨੇ ਕਿਹਾ ਕਿ ਕਿਸਾਨਾਂ ਦੇ ਲਈ ਸਟੋਰੇਜ ਕਰਨ ਦੀ ਸਮਰੱਥਾ ਵਧਾ ਦਿੱਤੀ ਗਈ ਹੈ ਕਿ ਜਿੰਨਾ ਮਰਜ਼ੀ ਸਟੋਰ ਕਰਨ, ਪਰੰਤੂ ਤੁਸੀਂ ਕਿਸਾਨ ਹੋ ਵੀ ਤੁਸੀਂ ਕਿੰਨਾ ਸਟੋਰ ਕਰ ਸਕਦੇ? ਮੰਨ ਲਓ ਕਿ ਅਸੀਂ ਕਿੰਨਾ ਕਰਾਂਗੇ ਭੈਣ ਜੀ? ਅਸੀਂ ਤੇ ਗੱਲ ਕੀਤੀ ਕਿ ਫਸਲ ਹਰ ਸਾਲ ਐਤਕਾਂ ਜਿਸ ਤਰ੍ਹਾਂ ਝੋਨੇ ਦੀ ਲਾ ਲਓ, ਗੇਹੂੰ ਜਿਹਨੂੰ ਆਉਂਦੇ ਆ, ਗੇਹੂੰ ਦੀ, ਗੰਦਮ ਦੀ, ਕਣਕ ਦੀ ਕੀਤੀ ਆ,
ਉਹ ਦੋਨੋਂ 6-6 ਮਹੀਨੇ ਦੀ ਫਸਲ ਹੈਗੀ ਆ। ਅਸੀਂ ਵੱਧ ਤੋਂ ਵੱਧ 1 ਸਾਲ ਦੀ ਸਟੋਰੇਜ ਕਰ ਲਾਂਗੇ, ਦੂਜੇ ਸਾਲ ਦੀ ਸਾਡੇ ਕੋਲ ਨਹੀਂ, ਦੂਜੇ ਸਾਲ ਦੀਆਂ ਫਸਲਾਂ ਆਉਣ ਤੇ ਫੇਰ ਕਰਦੇ ਹਾਂ ਸਟੋਰ। ਤੇ ਮੰਨ ਲਓ ਕਿ ਕਿੱਦਾਂ ਕਰ ਉਹ ਸਕਦੇ ਤੁਸੀਂ ਆਪਣੇ ਖਾਣ ਲਈ ਸਟੋਰ ਕਰ ਸਕਦੇ ਹੋ ਨਹੀਂ, ਮੇਰੇ ਕਹਿਣ ਦਾ ਮਤਲਬ ਆ ਤੁਹਾਡੀ ਸਾਰੀ ਫਸਲ ਜਿੰਨੀ ਵੀ ਆਈ ਆ ਉਹਨੂੰ ਤੁਸੀਂ ਸਟੋਰ ਕਰਨਾ ਹੋਵੇ, ਤੁਹਾਡੇ ਕੋਲੇ ਓਡਾ ਵੱਡਾ ਸਟੋਰ ਹੈਗਾ? ਓਡਾ ਨਹੀਂ ਹੈਗਾ ਜੀ, ਸਾਡੇ ਕੋਲ ਓਡਾ ਨਹੀਂ ਹੈਗਾ। ਉਹਨਾਂ ਨੇ ਤੁਹਾਡੇ ਲਈ ਕਾਨੂੰਨ ਬਣਾਇਆ ਹੈ ਨਾ ਵੀ ਤੁਸੀਂ ਸਟੋਰ ਕਰ ਸਕਦੇ ਹੋ, ਫਿਰ ਤੁਹਾਨੂੰ ਹਾਂਜੀ ਤੁਸੀਂ ਪੁੱਛਿਆ ਹੁਣ ਮੈਂ ਮੰਨ ਲਓ ਕਿ ਸਟੋਰ ਜਿਤਨਾ ਤੁਸੀਂ ਕਿਹਾ ਸਾਡੇ ਕੋਲ ਫਸਲ ਆ ਗਈ, ਅਸੀਂ ਕਿੱਥੇ ਸਟੋਰ ਕਿੱਥੇ ਕਰਾਂਗੇ? ਜਦ ਕਿ ਉਹਨੂੰ ਸਟੋਰ ਰੱਖਾਂਗੇ ਤੇ ਕੋਈ ਉਹਦੇ ਵਾਸਤੇ ਕੋਈ ਗੋਦਾਮ ਜਾਂ ਕਮਰਾ ਕੋਈ ਜਗ੍ਹਾ ਚਾਹੀਦੀ ਨਾ। ਜਦ ਸਾਡੇ ਕੋਲ ਕੋਈ ਗੋਦਾਮ ਨਹੀਂ ਹੈਗਾ, ਕੋਈ ਕਮਰਾ, ਜੇ ਅਸੀਂ ਰੱਖ ਵੀ ਲੈਂਦੇ ਹਾਂ ਉਹ ਖਰਾਬ ਹੋ ਜਾਏਗੀ, ਉਹਦੇ ਵਾਸਤੇ ਦੇਖਭਾਲ ਵੀ ਕਰਨੀ ਪੈਂਦੀ ਹੈ। ਤੇ ਮੰਨ ਲਓ ਕਿ ਕਿਸਾਨ ਤੇ ਅੱਗੇ ਹੀ ਉਹਨੂੰ ਫਸਲ ਨੂੰ ਵੇਚ ਕੇ ਮੰਨ ਲਓ ਕਿ ਕਿਸੇ ਦਾ ਕੋਈ ਆ, ਕਿਸੇ ਦੀ ਵਿਆਹ ਆ, ਕਿਸੇ ਦੀ ਸ਼ਾਦੀ, ਕਿਸੇ ਦੇ ਭੈਣ ਦਾ, ਕੋਈ ਭਰਾ ਦਾ, ਕੋਈ ਮੰਨ ਲਓ ਕਿ ਬਜ਼ੁਰਗ ਜਾਂ ਮੈਂ ਹੀ ਲਾ ਲਓ ਗਰੀਬ ਦਾ, ਸਾਡੀ ਉਸੇ ਫਸਲ ਤੋਂ ਸਾਡਾ ਖਰਚਾ ਚੱਲਦਾ ਹੈ। ਠੀਕ ਹੈ, ਇਹ ਸਟੋਰ ਕਰਕੇ ਕਰਾਂਗੇ ਕੀ ਜੀ? ਤੁਸੀਂ ਪਹਿਲਾਂ ਇਹ ਦੱਸੋ ਮੈਨੂੰ। ਪਰ ਅਸੀਂ ਜੇ ਇੱਕ ਆਈਡੀਆ ਲੈ ਕੇ ਚੱਲਦੇ ਹਾਂ ਕਿ ਇੱਕ ਕਿਸਾਨ ਬਹੁਤ ਰਿਚ ਪਰਸਨ ਹੈ ਹਨਾ, ਤੇ ਪਰੰਤੂ ਉਹ ਆਪਣਾ ਖਰਚਾ ਵਰਚਾ ਚਲਾ ਸਕਦਾ ਤੇ ਉਹਨੇ ਸਟੋਰ ਕਰਨਾ ਹੋਵੇ ਜਿਵੇਂ ਵਪਾਰੀ ਵਰਗ ਕਰਦਾ ਆ। ਤੁਸੀਂ ਤੁਹਾਡੀ ਮੈਂ ਗੱਲ ਫੇਰ ਟੋਕਦਾ, ਤੁਸੀਂ ਰਿਚ ਕਹਿ ਲਿਆ, ਅਮੀਰ ਲਾ ਲਿਆ। ਹੁਣ ਇੱਕ ਤੁਸੀਂ ਪੀਜ਼ਿਆਂ ਦਾ ਲੰਗਰ ਲਾਇਆ, ਪੀਜ਼ਿਆਂ ਦਾ ਤਾਂ ਅਸੀਂ ਪੀਜ਼ਿਆਂ ਦਾ ਵੇਖੋ ਜੀ, ਪੀਜ਼ਿਆਂ ਦਾ ਮੈਂ ਕਹੂੰਗਾ ਸਾਡੇ ਸਾਰੇ ਵੀਰ ਭਰਾਵਾਂ ਦੇ, ਇਹ ਅਮਰੀਕਨ ਦੇ ਗੱਲ ਕਰੀਏ ਸਾਰੇ ਦੇ ਸੇਵਾ ਨਾਲ ਲੱਗਾ ਆ। ਚਲੋ ਤੁਹਾਡੀ ਇੱਕ ਗੱਲ ਇਹਨੂੰ ਇੱਥੇ ਰਹਿਣ, ਦੂਜੀ ਮੈਂ ਜਿਹੜੀ ਤੁਸੀਂ ਪਹਿਲੇ ਗੱਲ ਪੁੱਛੀ ਸੀ, ਹੁਣ ਇੱਕ ਪਿੰਡ ਆ ਜਿਹਨੂੰ ਪਿੰਡ ਆਖ ਦਿੰਦੇ ਜੀ, ਇੱਕ ਪਿੰਡ ਦੇ ਵਿੱਚ ਤੁਸੀਂ 400 ਜਾਂ 500 ਘਰ ਲਾ ਲਓ, ਠੀਕ ਹੈ ਨਾ? ਇਹਨਾਂ ਤਾਂ ਤੁਸੀਂ ਜਾਣਦੇ ਜੇ ਨਾ, 400 ਘਰ ਤੇ ਨਹੀਂ ਸਾਰਾ ਅਮੀਰ ਹੈਗਾ, ਉਹਦੇ ਵਿੱਚ 1 ਜਾਂ 2 ਜਾਂ 3 ਆਦਮੀ ਲਾ ਲਓ, 3 ਹੋਣਗੇ ਉਹਦੇ ਕਰ ਲੈਣਗੇ। ਬਾਕੀ ਜਿਹੜੇ ਹੈਗੇ ਆ ਤੁਸੀਂ 200 ਤੇ 95 ਨਾ ਇੰਨੇ ਲਾ ਲਓ, 98 ਹਾਂਜੀ 90 100 ਚ ਇੰਨੇ ਲਾ ਲਓ, 96 ਵੀ ਲਾ ਲਓ, ਹੋਰ ਕੱਢ ਲਓ ਵਿੱਚੋਂ। ਤੇ ਬਾਕੀ ਉਹ ਕਿੱਧਰ ਜਾਣਗੇ ਇੰਨੇ ਬੰਦੇ? ਉਹ ਕਿੱਥੇ ਰੱਖਣਗੇ? ਉਹਨਾਂ ਕੋਲ ਤਾਂ ਚਲੋ ਹੈਗਾ, ਸਾਰੇ ਕਿਸਾਨ ਇੰਨੇ ਅਮੀਰ ਵੀ ਨਹੀਂ ਹੈਗੇ। ਤੇ ਬਾਕੀ ਜੋ ਵੀ ਹੈ ਕਿਸਾਨਾਂ ਵਾਸਤੇ ਬਹੁਤ ਮਾੜਾ ਮੁੱਦਾ ਆ। ਪਰ ਬਿੱਲ ਦੇ ਵਿੱਚ ਖਾਸ ਤੌਰ ਤੇ ਕਿਸਾਨਾਂ ਨੂੰ ਕਿਹਾ ਗਿਆ ਹੈ ਕਿ ਕਿਸਾਨਾਂ ਨੂੰ ਸਟੋਰੇਜ ਦੀ ਖੁੱਲ੍ਹ ਦਿੱਤੀ। ਨਹੀਂ ਚਲੋ ਇਹ ਸਟੋਰ ਦੀ ਖੁੱਲ੍ਹ ਤੇ ਦਿੱਤੀ, ਇਹ ਸਟੋਰ ਕਰਕੇ ਕਰਾਂਗੇ ਕੀ ਜੀ? ਸਟੋਰ ਕਰਕੇ ਇਹ ਕਿਹੜਾ ਸੋਨਾ ਕਿ ਜਿਹੜਾ ਅਸੀਂ ਨਿੱਕਾ ਜਿਹਾ ਇੰਨਾ ਕੁ ਅਲਮਾਰੀ ਖੋਲੀ ਜਿੰਦਰਾ ਰੱਖ ਕਰ ਲਿਆ ਤੇ ਕਰ ਲਿਆ? ਇਹ ਖਾਣ ਵਾਲੀ ਚੀਜ਼ ਆ। ਸਟੋਰ ਕਰੋਗੇ ਉਹਨੂੰ ਮੈਡੀਸਨ ਵੀ ਅੱਜ ਕੱਲ੍ਹ ਦਵਾਈਆਂ ਵੀ ਲੱਗਦੀਆਂ, ਉਹਨੂੰ ਧੁੱਪ ਗਰਮ ਠੰਡਾ ਵੀ ਕਰਨਾ ਪੈਂਦਾ ਆ। ਇੰਨੀ ਤਾਂ ਕਿ ਜੇ ਮੰਨ ਲਓ ਕਿ ਮੇਰੇ ਕੋਲ ਕਣਕ ਦੀਆਂ ਜਾਂ ਝੋਨੇ ਦੀਆਂ 10 ਬੋਰੀਆਂ ਹੋਈਆਂ, ਉਹਨੂੰ ਮੈਂ ਰੱਖ ਛੱਡਿਆ, ਉਹ ਖਰਾਬ ਹੋ ਗਈ ਤੇ ਮੈਂ ਕਿੱਧਰ ਜਾਵਾਂਗਾ? ਰੋਟੀ ਕਿੱਥੋਂ ਖਾਊਂ? ਤੁਸੀਂ ਇਹਦਾ ਜਵਾਬ ਦਿਓ। ਤੇ ਦੂਜੀ ਗੱਲ, ਹਾਂਜੀ ਇੱਕ ਗੱਲ, ਜਿਸ ਤਰ੍ਹਾਂ ਤੁਸੀਂ ਇਹਦੇ ਸਟੋਰ ਕਰ ਲਿਆ, ਇਹ ਸਾਰੇ ਕੋ ਆਖੀ ਜਾਂਦੇ, ਇਕੱਲੇ ਕਿਸਾਨ ਦਾ ਮੁੱਦਾ ਨਹੀਂ ਆ ਇਹ। ਜਿਸ ਤਰ੍ਹਾਂ ਇਹ ਆਮ ਅਸੀਂ ਵੀ ਸੁਣਦੇ ਆਏ, ਅਸੀਂ ਵੀ ਤੁਹਾਡੇ ਕੋਲ ਸੁਣਦੇ ਆ, ਜਾਂ ਨਿਊਜ਼ ਤੇ ਦੇਖ ਲਿਆ, ਜਾਂ YouTube ਤੇ ਜਿਸ ਤਰ੍ਹਾਂ ਨਾਨੀ ਮਾਨੀ ਆਉਂਦੇ ਆ। ਮੰਨ ਲਓ ਕਿ ਜਿੱਦਾਂ ਇਹਨਾਂ ਨੇ ਸਟੋਰ ਕਰ ਲਿਆ, ਉਹਨੂੰ 10 ਤੋਂ 20 ਗੁਣਾ ਉਹਨੂੰ ਚੁੱਕ ਕੇ ਉਹਦੀ ਕੀਮਤ ਵਧਾਤੀ, ਉਹ ਗਰੀਬ ਕਿੱਥੋਂ ਲਾਊਗਾ? ਇਕੱਲਾ ਕਿਸਾਨ ਤੇ ਨਹੀਂ ਨਾ, ਫਿਰ ਖਰੀਦਣਾ ਤੇ ਸਾਰੇ ਨੇ ਨਾ। ਜੇ ਜਿਹੜਾ ਨਹੀਂ ਕਿਸਾਨ ਹੈਗਾ, ਵਿਦਆਊਟ ਕਿਸਾਨ ਵੀ, ਦੂਜਾ ਵੀ ਖਰੀਦਣਾ ਤੇ ਸਾਰਿਆਂ ਨੂੰ ਪਏਗਾ। ਇਹ ਕਿਸਾਨ ਵਾਸਤੇ ਨਹੀਂ ਆ, ਇਹ ਸਮਝਣਾ ਪੈਣਾ ਹਰ ਇੱਕ ਵਾਸਤੇ ਕਾਨੂੰਨ ਮਾੜਾ। ਇਹਦਾ ਕੋਈ ਵੀ ਨੋਰਮਲ ਆਦਮੀ ਲਾ ਲਓ ਜਾਂ ਕੋਈ ਵੀ ਲਾ ਲਓ ਆਦਮੀ ਭੈਣ ਜੀ, ਉਹਦੇ ਵਾਸਤੇ ਵੀ ਇਹ ਕਾਨੂੰਨ ਬਿਲਕੁਲ ਗਲਤ ਕਾਨੂੰਨ ਆ। ਇਹ ਪਹਿਲਾ ਕਾਨੂੰਨ ਇਹ ਮੰਤਰੀ ਨੇ ਕੱਢਿਆ ਕਿ ਜਿਹੜੀ ਆਪਣੇ ਪ੍ਰਜਾ ਨੂੰ ਹੀ ਭੁੱਖਿਆ ਮਾਰਨ ਦਾ ਕਾਨੂੰਨ ਇਹ ਬਣਾ ਰਿਹਾ ਜੀ। ਇਹ ਆ ਜੀ ਬਿਲਕੁਲ ਜੀ, ਇਹਨਾਂ ਨੇ ਸਾਫ਼ ਤੌਰ ਤੇ ਕਲੀਅਰ ਕੀਤਾ ਹੈ ਕਿ ਜਿਹਦੇ ਵਿੱਚ ਸਟੋਰੇਜ ਹੀ ਨਹੀਂ ਕਰ ਸਕਦੇ, ਉਹਨਾਂ ਕੋਲੇ ਸਮਰੱਥਾ ਹੀ ਨਹੀਂ ਹੈਗੀ, ਉਹ ਸਟੋਰ ਕਿੱਥੇ ਕਰਨਗੇ? ਉਹਨਾਂ ਕੋਲੇ ਇਹੋ ਜਿਹੀ ਕੋਈ ਸਟੋਰ ਬਣੇ ਹੀ ਨਹੀਂ ਹੋਏ, ਤਾਂ ਫਿਰ ਇਸ ਕਾਨੂੰਨ ਦੀ ਕੀ ਜ਼ਰੂਰਤ ਸੀਗੀ? ਤੁਸੀਂ ਕਿਸਾਨਾਂ ਦੇ ਮੂੰਹੋਂ ਸੁਣਿਆ ਹੈ ਕਿ ਕਿਸਾਨਾਂ ਦੇ ਕੋਲ ਇਹੋ ਜਿਹੀ ਕੋਈ ਵੀ ਚੀਜ਼ ਅਵੇਲੇਬਲ ਨਹੀਂ ਆ। ਅਸੀਂ ਤੁਹਾਨੂੰ ਇਹ ਤਸਵੀਰਾਂ ਦਿਖਾਈਆਂ ਆ ਪੀਜ਼ਾ ਦੇ ਲੰਗਰ ਦੀਆਂ ਇਸ ਲਈ ਕਿਉਂਕਿ 26 ਤੋਂ ਬਾਅਦ ਜਿਹੜਾ ਹੈ ਇੱਥੋਂ ਦਾ ਮਾਹੌਲ ਕਿਸ ਤਰ੍ਹਾਂ ਦਾ ਆ, ਜਿਵੇਂ 22-23 ਨੂੰ ਕਿਸਾਨਾਂ ਦਾ ਕਹਿਣਾ ਹੈ ਕਿ ਜਿਵੇਂ ਪਹਿਲਾਂ ਮਾਹੌਲ ਸੀਗਾ ਉਸੇ ਹੀ ਪ੍ਰਕਾਰ ਦਾ ਮਾਹੌਲ ਹੁਣ ਵੀ ਇੱਥੇ ਜਿਹੜਾ ਆ ਉਹ ਬਣਿਆ ਹੋਇਆ। ਉਸੇ ਪ੍ਰਕਾਰ ਪੀਜ਼ਾਜ਼ ਬਣੇ ਹੋਏ ਨੇ, 2 ਮਿੰਟ ਦੇ ਵਿੱਚ 6 ਪੀਜ਼ਾ ਤਿਆਰ ਹੁੰਦੇ ਨੇ ਤੇ ਉਹਨਾਂ ਨੂੰ ਡਿਸਟ੍ਰੀਬਿਊਟ ਕਰਨ ਲੱਗਿਆਂ ਕੋਈ ਵੀ ਸਮਾਂ ਨਹੀਂ ਲੱਗਦਾ। ਇਹ ਤਸਵੀਰਾਂ ਦੇ ਜ਼ਰੀਏ ਤੁਸੀਂ ਦੇਖਿਆ ਹੈ। ਤੁਸੀਂ ਦੇਖ ਰਹੇ ਹੋ KTV UK, ਕੈਮਰਾਮੈਨ ਅਲਜਿੰਦਰ ਦੇ ਨਾਲ ਪਲਵਿੰਦਰ ਕੌਰ।